मैं मखू तो ਚੱਲਣ ਲੱਗੇ ਵੀਰ ਨੂੰ ਕਿਹਾ ਸੀ ਵੀ ਅੱਜ ਤੈਨੂੰ ਇੱਕ ਇਹੋ ਜਿਹੀ ਚੀਜ਼ ਵਿਖਾਉਣੀ ਹੈ ਵੀ ਜਿਹਦੇ ਨਾਲ ਕਿੱਡਾ ਕੁ ਵੱਡਾ ਨੁਕਸਾਨ ਹੋਣਾ ਹੈ। ਅੱਜ ਵੇਖੋ ਸਰਕਾਰਾਂ ਕੀ ਕੁਝ ਕਰ ਰਹੀਆਂ। ਅੱਜ ਹਰੇਕ ਬੰਦਾ ਸੜਕਾਂ ਤੇ ਬੈਠਾ ਹੈ। ਕਿਸਾਨਾਂ ਦੀ ਗੱਲ ਕਰ ਲਓ ਤਾਂ, ਟੀਚਰਾਂ ਦੀ ਗੱਲ ਕਰ ਲਓ ਤਾਂ, ਕਿਸੇ ਵੀ ਮਹਿਕਮੇ ਦੀ ਗੱਲ ਕਰ ਲਓ, ਹਰੇਕ ਬੰਦਾ ਅੱਜ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ। ਪਰ ਜਿਹੜੀ ਚੀਜ਼ ਵਿਖਾਉਣ ਜਾ ਰਹੇ ਉਹਨੇ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਖੋਹਣੇ ਨੇ, ਹਜ਼ਾਰਾਂ ਲੱਖਾਂ ਲੋਕਾਂ ਦੇ ਰੁਜ਼ਗਾਰ ਖੋਹ ਲੈਣੇ ਨੇ। ਜਿਹੜੀਆਂ ਰੋਡ ਦੇ ਨਾਲ ਅੱਜ ਜ਼ਮੀਨਾਂ ਦੇ ਭਾਅ ਲੱਖਾਂ ਨੇ ਉਹ ਕੱਖਾਂ ਦੇ ਭਾਅ ਹੋ ਜਾਣੀਆਂ, ਮਿੱਟੀ ਹੋ ਜਾਣੀਆਂ। ਅੱਜ ਮੈਂ ਬਸ ਬਹੁਤ ਜਲਦੀ ਤੁਹਾਨੂੰ ਵਿਖਾਉਣ ਜਾ ਰਿਹਾ। ਅਸੀਂ ਮੁੜ ਗਏ ਹਾਂ। ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਕੁਝ ਸਾਡੇ ਨਾਲ ਹੋ ਰਿਹਾ ਹੈ। ਬਸ ਇੱਕਦਮ ਧਮਾਕਾ ਹੁੰਦਾ ਉਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ। ਪਹਿਲਾਂ ਅਸੀਂ ਕੋਲੋਂ ਬੜਾ ਲੰਘਦੇ ਰਹਿੰਦੇ ਹਾਂ, ਕਈ ਚਿਰ ਲੰਘਦੇ ਰਹਿੰਦੇ, ਵਹਿੰਦੇ ਵੀ ਰਹਿੰਦੇ ਵੀ ਆਹ ਵੇਖ ਕੀ ਹੋਇਆ, ਕੰਸਟਰਕਸ਼ਨ ਹੋ ਰਹੀ ਹੈ, ਕਿੱਡੇ ਕਿੱਡੇ ਵੱਡੀਆਂ ਬਿਲਡਿੰਗਾਂ ਬਣ ਰਹੀਆਂ। ਕੰਸਟਰਕਸ਼ਨ ਅਸੀਂ ਵਹਿੰਦੇ ਰਹਿੰਦੇ ਹਾਂ, ਬਿਲਡਿੰਗਾਂ ਬਣਦੀਆਂ ਵਹਿੰਦੇ ਰਹਿੰਦੇ, ਕੋਲੋਂ ਲੰਘਦੇ ਰਹਿੰਦੇ ਹਾਂ। ਪਰ ਜਿੱਦਣ ਧਮਾਕਾ ਹੁੰਦਾ, ਜਿੱਦਣ ਪਤਾ ਲੱਗਦਾ ਵੀ ਇਹ ਬਿਲਡਿੰਗ ਨੇ ਸਾਡੇ ਲੱਖਾਂ ਲੋਕਾਂ ਦੇ ਰੁਜ਼ਗਾਰ ਖੋਲ੍ਹੇ, ਨਿੱਕੇ ਨਿੱਕੇ ਢਾਬਿਆਂ ਦੇ ਰੁਜ਼ਗਾਰ ਖੋਲ੍ਹੇ, ਚਾਹ ਵੇਚਣ ਵਾਲੇ ਖੋਖਿਆਂ ਦੇ ਰੁਜ਼ਗਾਰ ਖੋਲ੍ਹੇ, ਇਹ ਸਾਡੀ ਅੱਖ ਉਦਣ ਉਗੜਦੀ ਆ। ਵੇਖੋ ਰੋਡ ਦੇ ਉੱਪਰ ਦਰਸ਼ਕੋ, ਵੇਖੋ ਕਿੱਲਾ ਡੇਢ ਕਿੱਲਾ ਥਾਂ, ਮੈਨੂੰ ਜਾਪਦਾ 2 ਕਿੱਲੇ ਥਾਂ ਹੋਣੀ ਹੈ। ਔਰ ਜਦੋਂ ਅੰਮ੍ਰਿਤਸਰ ਤੋਂ ਚੱਲਦੇ ਹਾਂ ਬਠਿੰਡੇ ਵੱਲ, ਇਹ ਮੈਨੂੰ ਲੱਗਦਾ ਵੀ 15-15, 20-20 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹੋ ਜਿਹੇ ਤੁਹਾਨੂੰ ਸਰਕਾਰੀ ਢਾਬੇ ਮਿਲਣਗੇ। ਵੀ ਕਿੰਨਾ ਕੁਝ ਬਣਿਆ ਹੋਇਆ ਹੈ। ਜੈਂਟਸ ਟੋਇਲਟ ਬਣੇ ਨੇ, ਲੇਡੀਜ਼ ਟੋਇਲਟ ਬਣੇ ਨੇ, ਹਾਲ ਬਣੇ ਨੇ, ਪਾਰਕਿੰਗ ਬਣੀ ਹੈ, ਰੈਸਟੋਰੈਂਟ ਬਣੇ ਨੇ। ਉੱਪਰ ਲਿਖਿਆ ਹੋਇਆ ਆਹ ਢਾਬਾ ਹੈ, ਰੈਸਟੋਰੈਂਟ ਹੈ, ਰੈਸਟ ਕਰਨ ਲਈ ਰੂਮ ਨੇ, ਆਹ ਕੰਟੀਨ ਹੈ, ਬੜਾ ਕੁਝ ਵੇਖੋ। ਪਰ ਇਹ ਆ ਵੀ ਇਹ ਚੀਜ਼ਾਂ ਉਹ ਨੇ ਜਿਨ੍ਹਾਂ ਨੇ ਗਰੀਬਾਂ ਦੀ ਰੋਟੀ ਨੂੰ ਲੱਤ ਮਾਰਨੀ ਹੈ। ਇਹ ਸੜਕਾਂ ਦੇ ਉੱਪਰ 2-2, 3-3 ਕਿੱਲੇ ਲੈ ਕੇ ਜਿਹੜੇ ਕਾਰਪੋਰੇਟ ਘਰਾਣੇ, ਜਿਨ੍ਹਾਂ ਨੂੰ ਅਸੀਂ ਅਡਾਨੀ ਅੰਬਾਨੀ ਕਹਿੰਦੇ ਆ, ਜਿਨ੍ਹਾਂ ਨੇ ਅੱਜ ਸਾਡੀਆਂ ਰੇਲਵੇ ਲਾਈਨਸ ਸਾਡੇ ਤੋਂ ਖੋਲ੍ਹੀਆਂ। ਅੱਜ ਜੋ ਕੁਝ ਵੀ ਹਰੇਕ ਚੀਜ਼ ਦਾ ਪ੍ਰਾਈਵੇਟਕਰਨ ਹੋ ਰਿਹਾ ਹੈ, LIC ਵੇਖ ਲਓ, BSNL ਵੇਖ ਲਓ, ਜਾਂ ਕਿਸੇ ਵੀ ਮਹਿਕਮੇ ਦੀ ਆਪਾਂ ਗੱਲ ਕਰਦੇ ਹਾਂ, ਤੇ ਸਾਡੇ ਕੋਲੋਂ ਅੱਜ ਬੜਾ ਕੁਝ ਖੋਇਆ ਗਿਆ। ਵੇਖੋ ਅੱਖਰ ਮਿਟ ਗਏ, ਰੈਸਟੋਰੈਂਟ ਲਿਖਿਆ ਹੈ। ਇਹ ਮੈਨੂੰ ਲੱਗਦਾ ਵੀ ਇਹ ਮਹਾਂਮਾਰੀ ਦੀ ਆੜ ਦੇ ਵਿੱਚ ਚੱਲ ਜਾਣੇ ਸੀ, ਪਰ ਪੰਜਾਬ ਦੀ ਧਰਤੀ ਦੇ ਲੋਕ ਜਿਹੜੇ ਸਨ ਉਹ ਜਾਗਰੂਕ ਸਨ। ਉਹਨਾਂ ਨੇ ਧਰਨੇ ਲਾਏ, ਉਹਨਾਂ ਨੇ ਮੁਜ਼ਾਹਰੇ ਕੀਤੇ। ਅੱਜ ਕਿਸਾਨੀ ਕਰਕੇ ਇਹ ਢਾਬੇ ਚੱਲੇ ਨਹੀਂ, ਪਰ ਇਹ ਵੇਖਿਆ ਜੇ ਇਹ ਵੀ ਇੱਕ ਸਾਡੇ ਨਾਲ ਬੜਾ ਵੱਡਾ ਧੋਖਾ ਹੋਣਾ ਜਿੱਦਣ ਇਹ ਚੱਲ ਗਏ। ਸੜਕਾਂ ਦੇ ਉੱਪਰ ਜਿਹੜੇ ਪ੍ਰਾਈਵੇਟ ਜਾਂ ਜ਼ਮੀਨਾਂ ਵਾਲਿਆਂ ਨੇ ਆਪੋ ਆਪਣੇ ਛੋਟੇ ਛੋਟੇ ਢਾਬੇ ਖੋਲ੍ਹੇ ਨੇ ਨਾ, ਇਹ ਵੇਖਿਆ ਜੇ ਇਹ ਸਾਰੇ ਉਹਨਾਂ ਤੋਂ ਖੁੱਸ ਜਾਣੇ ਨੇ। ਇਹ ਇੱਕ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਵੀ ਰੋਡ ਦੇ ਉੱਪਰ ਕੋਈ ਹੋਰ ਢਾਬਾ ਨਾ ਚੱਲ ਸਕੇ ਔਰ ਕੇਵਲ ਇਹੋ ਢਾਬੇ ਚੱਲਣ। ਮੈਨੂੰ ਲੱਗਦਾ ਵੀ ਤਜਿੰਦਰ ਵੀਰੇ 4-5 ਕਿੱਲੇ ਜਗ੍ਹਾ ਹੋਣੀ ਹੈ। ਬਿਲਕੁਲ ਭਾਜੀ, ਬਿਲਕੁਲ। ਮੈਂ ਕਿੱਲਾ ਡੇਢ ਕਿੱਲਾ ਇੱਥੋਂ ਕੋਲੋਂ ਲੰਘਦੇ ਸਾਂ, ਐਂ ਲੱਗਦਾ ਸੀ ਕਿੱਲਾ ਡੇਢ ਕਿੱਲਾ ਵੀ ਕਿੱਡੇ ਕਿੱਡੇ ਵੇਖੋ ਪਾਰਕਿੰਗ ਇਹਨਾਂ ਨੇ ਦਿੱਤੀਆਂ ਹੋਈਆਂ ਨੇ, ਤੇ ਕਿੰਨੀਆਂ ਗੱਡੀਆਂ ਖੜੀਆਂ ਕਰਨ ਦਾ ਪ੍ਰਬੰਧ ਹੈ, ਰਹਿਣ ਦਾ ਪ੍ਰਬੰਧ ਤੱਕ ਕੀਤਾ ਹੋਇਆ। ਆਪਾਂ ਦਰਸ਼ਕਾਂ ਨੂੰ ਗਾਂਹ ਤੱਕ ਵਿਖਾਉਣਾ ਸਾਰਾ। ਤੇ ਇਹ ਜਿੱਦਣ ਚੱਲ ਗਏ ਉਦਣ ਨਿੱਕੇ ਨਿੱਕੇ ਢਾਬੇ ਇਹਨਾਂ ਨੇ ਬੰਦ ਕਰ ਦੇਣੇ ਨੇ। ਹਾਈਵੇ ਤੇ ਉਹ ਕਹਿੰਦੇ ਵੀ ਅਸੀਂ ਕੋਈ ਢਾਬਾ ਨਹੀਂ ਰਹਿਣ ਦੇਣਾ, ਕੇਵਲ ਇਹ ਸਰਕਾਰੀ ਢਾਬੇ ਹੋਣਗੇ। ਜਦੋਂ ਅੰਮ੍ਰਿਤਸਰ ਤੋਂ ਆਪਾਂ ਚੱਲਦੇ ਹਾਂ, ਤੇ ਸਾਨੂੰ ਰਸਤੇ ਦੇ ਵਿੱਚ ਇੱਕ ਸੇਰੋਂ ਦੇ ਕੋਲ ਇਹੋ ਜਿਹਾ ਢਾਬਾ ਮਿਲਦਾ ਹੈ, ਇੱਕ ਹਰੀਕੇ ਪੱਤਣ ਦੇ ਕੋਲ ਇਹੋ ਜਿਹਾ ਢਾਬਾ ਮਿਲਦਾ ਹੈ, ਔਰ ਇੱਕ ਤੁਹਾਨੂੰ ਤਲਵੰਡੀ ਦੇ ਕੋਲ ਇਹੋ ਜਿਹਾ ਢਾਬਾ ਮਿਲੇਗਾ। ਮੈਂ ਨਾ 5-5, 7-7 ਏਕੜ ਦੇ ਵਿੱਚ, ਕਿੱਲਿਆਂ ਦੇ ਵਿੱਚ ਇਹੋ ਜਿਹੇ ਢਾਬੇ ਉਸਾਰੇ ਹੋਏ ਨੇ, ਤੇ ਅਜੇ ਚੱਲੇ ਨਹੀਂ। ਇਹ ਚੱਲ ਜਾਣੇ ਇਹ ਮਹਾਂਮਾਰੀ ਦੀ ਆੜ 'ਚ ਬੜਾ ਕੁਝ ਚੱਲਿਆ, ਸਰਕਾਰ ਨੇ ਬੜਾ ਕੁਝ ਚਲਾਇਆ। ਇੱਕ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਸੀ ਮੈਂ ਚਾਹ ਵੇਚਣ ਵਾਲਾ, ਵੇਖੋ ਨੇ ਦੇਸ਼ ਕਿਵੇਂ ਵੇਚਿਆ। ਇੱਕ ਮਹਾਂਮਾਰੀ ਦੀ ਆੜ ਦੇ ਵਿੱਚ ਉਹਨੇ ਸਾਰਾ ਦੇਸ਼ ਵੇਚਤਾ। ਤਜਿੰਦਰ ਵੀਰ ਇੱਧਰ ਵੀ ਵਿਖਾਇਆ ਜੇ ਕਿੱਡਾ ਵੱਡਾ, ਵੇਖੋ ਕਿੰਨੀ ਪਾਰਕਿੰਗ, ਕਿੰਨੀ ਦੂਰ ਤੱਕ ਵੇਖੋ ਜੀ। ਹੈ ਬਿਲਕੁਲ ਭਾਜੀ। ਤੇ ਲੱਗ ਰਿਹਾ ਵੀ ਰੋਡ ਤੇ ਜਿਹੜੇ ਭਾਜੀ ਢਾਬੇ ਹੋਰ ਨੇ, ਤੇ ਫਿਰ ਉਹਨਾਂ ਦਾ ਕੀ ਬਣੇਗਾ ਵੀਰ ਜੀ? ਉਹ ਸਾਰੇ ਬੰਦ ਕਰ ਦਿੱਤੇ ਜਾਣਗੇ। ਓਕੇ। ਇਹ ਵੇਖੋ ਜ਼ਮੀਨਾਂ ਦੇ ਭਾਅ ਜਿਹੜੇ ਰੋਡ ਤੇ ਆਪਾਂ ਕਹਿੰਦੇ ਹਾਈਵੇ ਤੇ ਮਰਲਾ ਲੱਖ ਨੂੰ ਹੈ, ਉਹ ਜਦੋਂ ਢਾਬਾ ਉੱਥੇ ਖੁੱਲ੍ਹਣ ਹੀ ਨਹੀਂ ਦੇਣਾ, ਕੰਸਟਰਕਸ਼ਨ ਤੁਹਾਨੂੰ ਕਰਨ ਨਹੀਂ ਦੇਣੀ, ਉਸਾਰੀ ਨਹੀਂ ਕਰਨ ਦਿੱਤੀ ਜਾਏਗੀ, ਤੇ ਉਹ ਪੈਲੀ ਦਾ ਭਾਅ ਕੀ ਰਹਿ ਜਾਏਗਾ? ਕੱਖਾਂ ਦੇ ਭਾਅ ਰਹਿ ਜਾਏਗੀ ਉਹ ਜ਼ਮੀਨ ਜਿਹੜੀ ਅੱਜ ਲੱਖਾਂ ਦੀ, ਉਹ ਕੱਖਾਂ ਦੀ। ਵੇਖੋ ਪੰਜਾਬ ਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਕਿਸ ਤਰੀਕੇ ਦੇ ਨਾਲ ਹੈ।
ਥੋੜਾ ਜਿਹਾ ਮੈਂ ਕਹਾਂਗਾ ਇੱਧਰ ਵੀ ਵਿਖਾਉਣ ਦਾ ਯਤਨ ਕਰਿਆ ਜੇ, ਕਿੱਡੀਆਂ ਵੱਡੀਆਂ ਪਾਰਕ, ਕਿੰਨਾ ਵੇਖੋ ਸੜਕਾਂ, ਕਿੰਨਾ ਕੁਝ ਕੀਤਾ ਹੋਇਆ, ਕਿੰਨਾ ਰੁੱਖ ਬੂਟੇ, ਪਾਰਕਿੰਗ, ਬਹੁਤ ਪ੍ਰਬੰਧ ਬੜਾ ਜ਼ਬਰਦਸਤ ਹੈ। ਪਰ ਇਹ ਪ੍ਰਬੰਧ ਇਹ ਸਾਡੇ ਨਿੱਕੇ ਨਿੱਕੇ ਰੁਜ਼ਗਾਰ ਖੋਹਣ ਲਈ ਕੀਤਾ ਹੋਇਆ, ਨਿੱਕੇ ਨਿੱਕੇ ਰੁਜ਼ਗਾਰ ਖੋਹਣ ਦੇ ਲਈ। ਸਰਕਾਰਾਂ ਵੇਖੋ ਰੁਜ਼ਗਾਰ ਦੇਣੇ ਤੇ ਕੀ ਨੇ, ਤੇ ਜੇ ਕੋਈ ਆਪਣਾ ਨਿੱਕਾ ਮੋਟਾ ਢਾਬਾ ਖੋਲ ਕੇ ਬੈਠਾ ਸੜਕ ਤੇ, ਕੋਈ ਰਾਹਗੀਰ ਉਹ ਤੋਂ ਕੋਈ ਛਕਦਾ ਹੈ ਪ੍ਰਸ਼ਾਦਾ ਪਾਣੀ, ਕੋਈ ਚਾਹ ਪਾਣੀ, ਉਹਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਹੋਰ ਤੇ ਨਾ ਰੁਜ਼ਗਾਰ ਦੇਣੇ ਨਹੀਂ, ਤਰਸ ਦੇ ਆਧਾਰ ਤੇ ਵੀ ਨਾ ਅਫਸਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ, ਕਿਸੇ ਗਰੀਬ ਨੂੰ ਨੌਕਰੀ ਨਹੀਂ ਮਿਲਣੀ। ਆਹ ਵੇਖੋ ਤੇਜਿੰਦਰ ਵੀਰੇ, ਆਪਾਂ ਇਹੋ ਜਿਹੀਆਂ ਪਾਰਕਿੰਗ ਪੰਜਾਬ ਦਾ 5-6 ਨੇ, ਕਿੱਡੀਆਂ ਵੱਡੀਆਂ ਵੇਖੋ ਹੈ। ਤੇ ਭਾਜੀ ਫਿਰ ਇਹ ਕੀ ਮਤਲਬ ਇਹਨਾਂ ਨੇ ਡਰਾਈਵਰ ਉੱਥੇ ਬਣਾਇਆ ਵੀ ਗੱਡੀ ਸਿੱਧੀ ਆਵੇ ਤੇ ਲੈ ਕੇ ਆਪਣਾ ਬਿਲਕੁਲ ਔਨ ਰੋਡ ਬਣਾਏ ਨੇ ਜੀ। ਇਹ ਨਿੱਕੇ ਨਿੱਕੇ ਢਾਬੇ ਖਤਮ ਕਰ ਦਿੱਤੇ ਜਾਣੇ ਨੇ। ਇਹ ਸਿਰਫ ਇਹ ਕਾਮਯਾਬ ਹੋ ਜਾਣਾ ਸੀ ਵੀਰ ਜੀ। ਇਹ ਜੇ ਕਿਸਾਨੀ ਧਰਨਾ ਨਾ ਲੱਗਦਾ ਇਹ ਹੁਣ ਤੱਕ ਕਾਮਯਾਬ ਹੋ ਜਾਂਦੇ। ਇਹਨਾਂ ਨੇ ਦੂਜੇ ਹੋਟਲ ਜਿਹੜੇ ਛੋਟੇ ਖੁੱਲੇ ਨੇ, ਕੈਫੇ, 버ਗਰ ਸਟੇਸ਼ਨ, ਸਾਰਾ ਕੁਝ ਇਹਨਾਂ ਨੇ ਖਤਮ ਕਰ ਦੇਣੇ। ਆ ਵੇਖੋ ਆਹ ਸਾਰੀਆਂ ਸ਼ਟਰ ਜਿਹੜੇ ਲੱਗੇ ਹੋਏ ਨੇ ਇਹ ਉਹੋ ਹੀ ਬੰਨੇ ਨੇ। ਕਿਤੇ ਪੀਜ਼ਾ ਹੱਟ ਹੋਏਗਾ, ਕਿਤੇ 버ਗਰ ਸਟੇਸ਼ਨ ਹੋਏਗਾ, ਕਿਤੇ ਇਹੋ ਜਿਹੇ ਕੈਫੇ ਹੋਣਗੇ। ਇਹ ਜਿਹੜੇ ਸ਼ਟਰਾਂ ਵਾਲੀਆਂ ਦੁਕਾਨਾਂ ਵੇਖੋ 10-20 ਦੁਕਾਨਾਂ ਨੇ। ਭਾਜੀ ਰੋਕ ਕੇ ਆਪਾਂ ਫਿਰ ਦੇਖੀਏ ਮਾੜਾ ਜਿਹਾ ਦੌਰਾ ਕਰੀਏ ਅੰਦਰ ਦਾ ਵੀ ਕੀ ਇੱਥੇ। ਆਪਾਂ ਆਖੋ ਪੁਲਿਸ ਚੌਂਕੀ ਬਣੀ ਹੋਈ ਏ, ਆਪਾਂ ਵੀਰਾਂ ਤੋਂ ਵੀ ਜਾਣਨ ਦਾ ਯਤਨ ਕਰਦੇ ਆ। ਵੇਖੋ ਟਾਇਲਟ ਵਗੈਰਾ ਬਣਾਏ ਹੋਏ ਨੇ, ਜੈਂਟਸ ਟਾਇਲਟ ਵਿਖਾਏ ਜਾਣ, ਲੇਡੀਜ਼ ਟਾਇਲਟ, ਕਿੰਨਾ ਰੁੱਖ ਬੂਟੇ ਦਾ ਪ੍ਰਬੰਧ ਵੇਖੋ। ਪ੍ਰਬੰਧ ਦੀ ਕੋਈ ਘਾਟ ਨਹੀਂ, ਪ੍ਰਬੰਧ ਬਹੁਤ ਸੋਹਣਾ ਕੀਤਾ ਹੋਇਆ। ਪਰ ਇਹ ਆ ਪ੍ਰਬੰਧ ਕੀਤਾ ਹੋਇਆ ਵੀ ਲੋਕਾਂ ਦਾ ਰੁਜ਼ਗਾਰ ਖੋਹਣ ਦੇ ਲਈ। ਇੱਥੇ ਦੁੱਖ ਹੁੰਦਾ ਵੀ ਇਹ ਵੇਖੋ ਕਾਰਪੋਰੇਟ ਘਰਾਣੇ ਕਿੱਥੋਂ ਤੱਕ ਆਪਣੇ ਪੈਰ ਪਸਾਰ ਚੁੱਕੇ ਨੇ। ਕੀ ਬਾਤ ਹੈ। ਇੰਨੀ ਖੁੱਲੀ ਜਗ੍ਹਾ ਰੋਡ ਦੇ ਉੱਪਰ ਲੈ ਕੇ ਤੇ ਥਾਂ ਤੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹਨਾਂ ਨੇ ਇਹੋ ਜਿਹੇ ਬਣਾਏ ਹੋਏ ਨੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਘਾਤਕ ਨੇ ਪੰਜਾਬ ਦੇ ਲਈ। ਜਿਹੜੇ ਗਰੀਬ ਆਪਣਾ ਖੋਖਾ ਪਾ ਕੇ ਆਪਣੀ ਦੁਕਾਨ, ਕੋਈ ਸਬਜ਼ੀ ਵਾਲੀ ਰੇਹੜੀ ਲਾਈ ਬੈਠਾ, ਕੋਈ ਕੁਛ ਲਾਈ ਬੈਠਾ, ਕੁਝ ਮਾੜੇ ਮੋਟੇ ਜੀ 1-2 ਕੋਠੇ ਪਾ ਕੇ ਰੈਸਟੋਰੈਂਟ ਬਣਾਈ ਬੈਠਾ ਹੈ, ਇਹ ਸਾਰੇ ਰੈਸਟੋਰੈਂਟ ਫੇਲ ਹੋ ਜਾਣੇ ਨੇ। ਆਪਾਂ ਇੱਥੇ ਵੀਰਾਂ ਤੋਂ ਹੋਰ ਵੀ ਜਾਣਨ ਦਾ ਯਤਨ ਕਰਾਂਗੇ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਹੈ। ਆਪਾਂ ਗੱਡੀ ਦੇ ਵਿੱਚ ਬੈਠ ਕੇ ਹੀ ਇਹ ਆਪਾਂ ਵੀਰਾਂ ਤੋਂ ਜਾਣਨ ਦਾ ਯਤਨ ਕਰਾਂਗੇ। ਵੀਰ ਜੀ ਅਸੀਂ ਤੋਂ ਲੰਘ ਰਹੇ ਸਾਂ ਤੇ ਅਸੀਂ ਇਹ ਜਾਣਨ ਦਾ ਯਤਨ ਕਰ ਰਹੇ ਸਾਂ ਵੀ ਆ ਜਿਹੜੇ ਰੋਡ ਦੇ ਉੱਪਰ ਇਹ ਢਾਬੇ ਸਰਕਾਰੀ ਬਣ ਗਏ ਨੇ, ਤੇ ਇੱਕ ਸੇਰੋਂ ਦੇ ਕੋਲ ਏ, ਇੱਕ ਹਰੀਕੇ ਆ, ਇੱਕ ਤਲਵੰਡੀ ਏ। ਕਾਫੀ ਏਕੜ ਜ਼ਮੀਨ ਦੇ ਵਿੱਚ ਬੜੀਆਂ ਆਲੀਸ਼ਾਨ ਬਿਲਡਿੰਗਾਂ ਬਣੀਆਂ ਹੋਈਆਂ। ਇਹ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਛੋਟੇ ਢਾਬੇ ਨੇ ਇਹ ਉਹਨਾਂ ਨੂੰ ਖਾ ਜਾਣਗੀਆਂ ਲੱਗਦਾ, ਵੱਡੀਆਂ ਬਿਲਡਿੰਗਾਂ। ਇਹ ਸਰ ਹੁਣ ਇਹ ਤਾਂ ਮੌਕਾ ਹੀ ਦੱਸੂਗਾ ਜੀ। ਹਾਂਜੀ, ਤੁਸੀਂ ਵੀਰ ਜੀ ਕੋ ਕਹਿਣਾ ਚਾਹੁੰਦੇ ਹੋ? ਤੇ ਇਹ ਫਾਇਦਾ ਵੀ ਇਹਨਾਂ ਦਾ ਹੋ ਸਕਦਾ ਰਾਹਗੀਰਾਂ ਨੂੰ। ਜੇ ਢਾਬਿਆਂ ਨਵੇਂ ਜਿਹੜੇ ਖੋਲ੍ਹਦੇ ਆ ਚਾਹ ਪਾਣੀ ਪੀਣ ਵਾਸਤੇ ਸੌਖੀ ਆ। ਨਹੀਂ, ਨਵੇਂ ਮੈਨੂੰ ਲੱਗਦਾ ਵੀ ਨਵਿਆਂ ਦਾ ਖਾਤਮਾ ਹੋ ਜਾਣਾ ਹੈ। ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਹਾਈਵੇ ਦੇ ਉੱਪਰ ਹੋਰ ਕਿਤੇ ਵੀ ਕੋਈ ਬ੍ਰੇਕ ਨਹੀਂ ਲਾ ਸਕੇਗਾ, ਕੇਵਲ ਇਹਨਾਂ ਢਾਬਿਆਂ ਤੋਂ ਬਿਨਾਂ। ਸਰ ਅਜੇ ਖਾਤਮਾ ਤਾਂ ਕੋਈ ਹੋਇਆ ਨਹੀਂਗਾ। ਨਹੀਂ ਹੋਇਆ, ਨਵੇਂ ਬਣਦੇ ਆ, ਸਗੋਂ ਨਵੇਂ ਹੋਰ ਖੁੱਲ੍ਹ ਰਹੇ ਇੱਥੇ ਲੱਗੇ ਆਵੇ ਖੁੱਲ੍ਹੇ ਆ। ਪਰ ਪ੍ਰਬੰਧ ਤੇ ਇਹੋ ਹੀ ਚੱਲ ਰਿਹਾ। ਕਿਤੇ ਆਉਣ ਵਾਲੇ ਸਮੇਂ 'ਚ ਇੱਕਦਮ ਧਮਾਕਾ ਹੁੰਦਾ ਉਦੋਂ ਸਾਡੀਆਂ ਅੱਖਾਂ ਉਗੜਦੀਆਂ, ਪਰ ਮੈਨੂੰ ਲੱਗਦਾ ਵੀ ਇਹ ਧਮਾਕਾ ਬਹੁਤ ਜਲਦੀ ਹੋਏਗਾ। ਚਲੋ ਵੀਰ ਜੀ ਇੱਕ ਔਨ ਡਿਊਟੀ ਨੇ, ਕੁਝ ਗੱਲਾਂ ਹੁੰਦੀਆਂ ਵੀ ਉਹ ਨਹੀਂ ਮਤਲਬ ਔਨ ਕੈਮਰਾ ਕਰ ਸਕਦੇ, ਉਹਨਾਂ ਨੂੰ ਸਾਰੇ ਪੱਖ ਵੇਖਣੇ ਪੈਂਦੇ ਨੇ। ਪਰ ਵੇਖੋ ਅਸੀਂ ਇੱਕ ਮੀਡੀਆ ਪਰਸਨ ਹੋਣ ਦੇ ਨਾਤੇ ਸਾਨੂੰ ਸੱਚ ਦੁਨੀਆ ਦੀ ਕਚਹਿਰੀ 'ਚ ਰੱਖਣਾ ਪਵੇਗਾ। ਇਹ ਧਮਾਕਾ ਹੋਏਗਾ ਦਰਸ਼ਕੋ, ਬਹੁਤ ਜਲਦੀ ਹੋਏਗਾ। ਇਹ ਇੰਨਾ ਪੈਸਾ ਲਾ ਕੇ ਆਲੀਸ਼ਾਨ ਬਿਲਡਿੰਗਾਂ ਬਣਾ ਕੇ ਔਨ ਰੋਡ ਇਹ ਇਸ ਤਰ੍ਹਾਂ ਖਾਲੀ ਛੱਡ ਨਹੀਂ ਸਕਦੇ। ਇਹਦੇ ਪਿੱਛੇ ਵੀ ਕੋਈ ਬੜੀ ਵੱਡੀ ਸਾਜ਼ਿਸ਼ ਹੋਏਗੀ। ਸਮਾਂ ਤੁਹਾਨੂੰ ਬੜਾ ਕੁਝ ਵਿਖਾਏਗਾ, ਕਿਉਂਕਿ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਨਾ ਇਹ ਲੋਕਾਂ ਨੂੰ ਕਮਜ਼ੋਰ ਕਰਨ ਲਈ ਹੋਇਆ ਕਰਦੀਆਂ ਵੀ ਇਹਨਾਂ ਦੀ ਸੋਚ ਨੂੰ ਗੁਲਾਮ ਕੀਤਾ ਜਾਏ, ਇਹਨਾਂ ਨੂੰ ਰਾਸ਼ਨ ਪਾਣੀ ਫ੍ਰੀ ਦਿੱਤਾ ਜਾਏ ਵੀ ਇਹ ਉੱਥੋਂ ਤੱਕ ਸੋਚ ਹੀ ਨਾ ਸਕਣ। ਸਾਨੂੰ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ ਵੀ ਅਸੀਂ ਪੜ੍ਹ ਲਿਖ ਕੇ ਕਿਤੇ ਇੰਨੇ ਗਿਆਨਵਾਨ ਨਾ ਹੋ ਜਾਈਏ, ਅਸੀਂ ਆਪਣੇ ਹੱਕਾਂ ਤੋਂ ਜਾਣੂ ਨਾ ਹੋ ਜਾਈਏ ਵੀ ਅਸੀਂ ਇਹਨਾਂ ਨੂੰ ਸਵਾਲ ਪੁੱਛਿਆ ਕਰੀਏ ਵੀ ਆ ਕੀ ਬਣ ਰਿਹਾ। ਇਸੇ ਲਈ ਉਹ ਚਾਹੁੰਦੇ ਨਹੀਂ ਵੀ ਇਹ ਪੜ੍ਹ ਲਿਖ ਕੇ ਸਾਨੂੰ ਸਵਾਲ ਕਰਨ। ਪਰ ਸੜਕ ਦੇ ਉੱਪਰ ਔਨ ਰੋਡ ਇੰਨੀ ਮਹਿੰਗੀ ਜ਼ਮੀਨ ਔਰ ਲੱਖਾਂ ਕਰੋੜਾਂ ਰੁਪਈਆ ਲਾ ਦੇਣਾ, ਇਹ ਕਿਸੇ ਗੱਲ ਦਾ ਤੇ ਸੰਕੇਤ ਹੈ ਵੀ ਆਉਣ ਵਾਲੇ ਸਮੇਂ ਦੇ ਅੰਦਰ
ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਨਿੱਕੇ ਨਿੱਕੇ ਢਾਬਿਆਂ ਨੂੰ ਖਤਮ ਕਰ ਦੇਣਗੀਆਂ। ਮੈਂ ਕਹਾਂਗਾ ਨਿਗਲ ਲੈਣਗੀਆਂ, ਆਪਣੇ ਵਿੱਚ ਸਮਾ ਲੈਣਗੀਆਂ। ਇਹ ਸਮਾਂ ਬੜਾ ਘਾਤਕ ਹੈ। ਪੰਜਾਬ ਦੀ ਕਿਸਾਨੀ ਵੀ ਖਤਰੇ ਦੇ ਵਿੱਚ, ਪੰਜਾਬ ਦਾ ਰੁਜ਼ਗਾਰ ਵੀ ਖਤਰੇ ਦੇ ਵਿੱਚ, ਬੇਰੁਜ਼ਗਾਰੀ ਹੱਦਾਂ ਟੱਪ ਗਈ, ਨੌਕਰੀਆਂ ਸਾਨੂੰ ਮਿਲ ਨਹੀਂ ਰਹੀਆਂ। ਸਰਕਾਰਾਂ ਹਰ ਵਾਰ ਆਪਣਾ ਏਜੰਡਾ ਇਹੋ ਹੀ ਰੱਖਦੀਆਂ, ਮੈਨੀਫੈਸਟੋ ਵੀ ਘਰ ਘਰ ਨੌਕਰੀ। ਨੌਕਰੀਆਂ ਦਿੱਤੀਆਂ ਨਹੀਂ ਜਾ ਰਹੀਆਂ। ਟੀਚਰਾਂ ਦੇ ਨਾਲ ਵੀ ਜ਼ੁਲਮ ਹੋ ਰਿਹਾ। ਜਿਹੜੇ ਟੀਚਰਾਂ ਨੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨਾ ਹੈ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ, ਬਲਕਿ ਧਰਨਿਆਂ ਦੇ ਵਿੱਚ ਉਹਨਾਂ ਨੂੰ ਵੀ ਡਾਂਗਾਂ ਮਿਲਦੀਆਂ। ਪਰ ਆਹ ਵੇਖੋ ਜੋ ਅਸੀਂ ਵੇਖ ਰਹੇ ਹਾਂ, ਬੜੀ ਵੱਡੀ ਬਿਲਡਿੰਗ ਔਨ ਰੋਡ, ਬਠਿੰਡਾ ਅੰਮ੍ਰਿਤਸਰ ਰੋਡ ਆ ਜੀ। ਪਰ ਆ ਵੱਡਾ ਸਾਰਾ ਢਾਬਾ, ਜਦੋਂ ਮੈਂ ਲੰਘਦਾ ਮੈਂ ਕਹਿੰਦਾ ਵੀ ਇਹ ਕੁਝ ਨਾ ਕੁਝ ਧਮਾਕਾ ਹੋਏਗਾ ਆਉਣ ਵਾਲੇ ਸਮੇਂ ਦੇ ਅੰਦਰ, ਕਿਉਂਕਿ ਇਹ ਲੱਖਾਂ ਕਰੋੜਾਂ ਰੁਪਈਆ ਲੱਗਾ, ਇਹ ਵਿਅਰਥ ਨਹੀਂ ਜਾਏਗਾ। ਇਹ ਲੱਖਾਂ ਕਰੋੜਾਂ ਰੁਪਈਆ ਜਿਹੜਾ ਲੱਗਾ ਇਹ ਨਿੱਕੇ ਨਿੱਕੇ ਢਾਬਿਆਂ ਨੂੰ ਨਿਕਲੇਗਾ। ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਆਪਾਂ ਦਿੱਲੀ ਵੀ ਵੇਖਿਆ ਸੀ, ਰਾਣੇ ਦੇ ਢਾਬੇ ਦੇ ਅੱਗੇ ਬੈਰੀਗੇਟ ਲਾ ਦਿੱਤੇ ਗਏ। ਹੁਣ ਜਿਹੜੇ ਜ਼ਿਮੀਂਦਾਰ ਨੇ ਕਰਜ਼ਾ ਚੁੱਕ ਕੇ ਜਾਂ ਕਿਸੇ ਨੇ ਦੁਕਾਨ ਮਹਿੰਗੀ ਸਸਤੀ ਲੈ ਕੇ ਉੱਥੇ ਆਪਣਾ ਰੁਜ਼ਗਾਰ ਖੋਲ੍ਹਿਆ, ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕੋ ਮੈਨੂੰ ਲੱਗਦਾ ਵੀ ਉਹਨਾਂ ਦੇ ਅੱਗੇ ਬੈਰੀਗੇਟ ਲਾ ਦਿੱਤੇ ਜਾਣਗੇ ਵੀ ਇੱਥੇ ਕੋਈ ਰੋਕ ਨਾ ਸਕੇ। ਉਹਨਾਂ ਨੂੰ ਵੀ ਬੇਰੁਜ਼ਗਾਰ ਕੀਤਾ ਜਾਏਗਾ। ਤੇ ਇੱਥੇ ਇਹਨਾਂ ਨੇ ਆਪਣੇ ਬੰਦੇ, ਇਹ ਨਹੀਂ ਪਤਾ ਵੀ ਉਹ ਗੁਜਰਾਤ ਤੋਂ ਲੈਂਦੇ ਜਾਣ ਜਾਂ ਕਿੱਥੋਂ ਲੈ ਕੇ ਇੱਥੇ ਢਾਬਿਆਂ ਦੇ ਉੱਪਰ ਉਹਨਾਂ ਨੂੰ ਇਹ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਣ। ਹੁਣ ਵੇਖੋ, ਜੇ ਰਸਤੇ ਦੇ ਵਿੱਚ ਕੋਈ ਢਾਬਾ ਨਹੀਂ ਹੋਏਗਾ, ਜੇ ਕਿਸੇ ਨੇ ਬਠਿੰਡੇ ਜਾਣਾ ਹੈ, ਨਾਰਮਲੀ ਉਹਨੂੰ ਕਿਤੇ ਨਾ ਕਿਤੇ ਤੇ ਬ੍ਰੇਕ ਲਾਉਣੀ ਪਿਆ ਕਰੇਗੀ, ਰੁਕਣਾ ਪਿਆ ਕਰੇਗਾ। ਔਰ ਇਹ ਢਾਬੇ ਆਉਣ ਵਾਲੇ ਸਮੇਂ ਦੇ ਵਿੱਚ ਚੱਲਣਗੇ। ਇਹਦੇ ਲਈ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਪੰਜਾਬ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਨੂੰ ਜਾਗਣ ਦੀ ਲੋੜ ਹੈ। ਸਾਡੀਆਂ ਵੱਡੀਆਂ ਵੱਡੀਆਂ ਸਟੇਜਾਂ ਜਾਂ ਸੋਸ਼ਲ ਮੀਡੀਆ 'ਤੇ ਸਾਨੂੰ ਇਹ ਗੱਲ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਣੀ ਪਏਗੀ ਵੀ ਇਹ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ ਨਾ, ਇਹ ਜਿਹੜੀਆਂ ਪਾਰਕਿੰਗ ਪਹਿਲਾਂ ਹੀ ਬਣਾ ਦਿੱਤੀ ਗਈ ਹੈ, ਇਹ ਆਉਣ ਵਾਲੇ ਸਮੇਂ ਦੇ ਅੰਦਰ ਨਿੱਕੇ ਨਿੱਕੇ ਢਾਬਿਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਇਹਦੇ ਲਈ ਸਾਨੂੰ ਜਾਗਣ ਦੀ ਲੋੜ ਹੈ। ਜਿਹੜੀਆਂ ਅੱਜ ਰੋਡ ਦੇ ਉੱਪਰ ਸਾਡੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਨੇ, ਲੱਖਾਂ ਦੇ ਭਾਅ, ਇਹ ਸਾਰੀਆਂ ਕੱਖਾਂ ਦੇ ਭਾਅ ਹੋ ਜਾਣੀਆਂ। ਕਿਸੇ ਨੇ ਖਰੀਦਣਾ ਹੀ ਨਹੀਂ। ਬੈਰੀਗੇਟ ਲਾ ਦਿੱਤੇ ਜਾਣਗੇ। ਉਹਨਾਂ ਦੀ ਤੇ ਸੋਚ ਇਹ ਆ ਵੀ ਅਸੀਂ ਇਹ ਹਾਈਵੇ ਆ ਜੀ, ਇਹਨੂੰ ਅਸੀਂ ਮਤਲਬ ਬ੍ਰੇਕ ਨਾ ਲੱਗੇ ਕਿਤੇ, ਪਰ ਬ੍ਰੇਕ ਨਾ ਲੱਗਣ ਦੇ ਚੱਕਰ ਦੇ ਵਿੱਚ ਇਹ ਆਪਣੇ ਢਾਬਿਆਂ ਨੂੰ ਪ੍ਰਫੁੱਲਤ ਕਰ ਰਹੇ ਨੇ। ਇਹ ਲੋੜ ਹੈ ਸਾਨੂੰ ਜਾਗਣ ਦੀ। ਤਜਿੰਦਰ ਵੀਰ ਜੀ, ਤੁਹਾਨੂੰ ਕਿਵੇਂ ਲੱਗਾ ਇਹ? ਭਾਜੀ ਲੱਗਾ ਤਾਂ ਇਹ ਮਤਲਬ ਮੈਨੂੰ ਤਾਂ ਇਹ ਆ ਵੀ ਜਿਨ੍ਹਾਂ ਨੇ ਲੋਕਾਂ ਨੇ ਇੰਨਾ ਪੈਸਾ ਲਾ ਕੇ ਰੋਡ ਦੇ ਉੱਪਰ ਜ਼ਮੀਨਾਂ ਲਈਆਂ, ਉਹਨਾਂ ਦਾ ਕੀ ਹਾਲ ਬਣੂ ਭਾਜੀ? ਤੇ ਉਹਨਾਂ ਦਾ ਕੀ ਹੋਣਾ ਜਿਨ੍ਹਾਂ ਨੇ ਇੰਨਾ ਮਹਿੰਗੀਆਂ ਜ਼ਮੀਨਾਂ ਖਰੀਦੀਆਂ, ਢਾਬੇ ਵੀ ਬਣਾਏ ਹੋਏ ਨੇ, ਢਾਬੇ ਵੀ ਬਣਾਏ ਭਾਜੀ, ਇੰਨਾ ਕਰਜ਼ਾ ਚੁੱਕਿਆ, ਤੇ ਉਹਨਾਂ ਦਾ ਕੀ ਹਾਲ ਹੋਵੇਗਾ? ਦਰਸ਼ਕੋ, ਜਾਗਣ ਦੀ ਲੋੜ ਏ। ਉਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਲੋੜ ਏ। ਆਪਣੇ ਵੱਲੋਂ ਵੀ ਦੱਸਣ ਦੀ ਲੋੜ ਹੈ ਵੀ ਆ ਜਿਹੜੀਆਂ ਚੀਜ਼ਾਂ ਬਣ ਰਹੀਆਂ ਇਹ ਚੀਜ਼ਾਂ ਘਾਤਕ ਨੇ। ਸਾਨੂੰ ਪਹਿਲਾਂ ਨਹੀਂ ਪਤਾ ਲੱਗਦਾ, ਪਰ ਹੌਲੀ ਹੌਲੀ ਵੇਖੋ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਾਈਵੇਟਕਰਨ ਹੋ ਗਿਆ। ਰੇਲਵੇ ਇੱਕ ਪੰਜਾਬ ਦਾ ਬੜਾ ਵੱਡਾ ਬਜਟ ਸੀ, ਗਰੀਬ ਲੋਕ ਫ੍ਰੀ ਸਫ਼ਰ ਕਰਦੇ ਸੀ, ਪਰ ਅੱਜ ਪ੍ਰਾਈਵੇਟਕਰਨ ਹੋ ਜਾਣਾ ਹੈ। ਗਰੀਬ ਬੰਦਾ ਵੀ ਫ੍ਰੀ ਸਫ਼ਰ ਨਹੀਂ ਕਰ ਸਕੇਗਾ। ਅੱਜ LIC ਤੁਹਾਡੀ ਬੀਮਾ ਜਿਹੜੀ ਕੰਪਨੀ ਸੀ ਬੜੀ ਤਕੜੀ, ਉਹਦਾ ਵੀ ਪ੍ਰਾਈਵੇਟਕਰਨ ਹੋ ਗਿਆ। BSNL ਘਰ ਘਰ ਫੋਨ ਲੱਗੇ ਸਨ, ਦੂਰ ਤੱਕ ਆਪਾਂ ਉਹਦੇ ਜ਼ਰੀਏ ਆਪਣੀ ਆਵਾਜ਼ ਨੂੰ ਪਹੁੰਚਾਉਂਦੇ ਸਾਂ। ਪਰ ਮੈਂ ਹੈਰਾਨ ਹੋ ਜਾਂਦਾ, BSNL ਦੇ ਟਾਵਰਾਂ 'ਤੇ ਅੱਜ ਜੀਓ ਦੀ ਰੇਂਜ ਆ ਰਹੀ ਹੈ, ਉੱਥੇ ਉਹ ਟਾਵਰਾਂ 'ਤੇ ਵੀ ਉਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ। ਰੇਲਵੇ ਲਾਈਨਸ ਦੇ ਵਿੱਚ ਵੱਡੇ ਵੱਡੇ ਸ਼ਿਪ ਵੀ ਉਹਨਾਂ ਨੇ ਲੈ ਲਏ। ਅੱਜ ਨਸ਼ਾ ਵੇਖੋ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਫੜਿਆ ਜਾਂਦਾ, ਕਿਉਂਕਿ ਏਅਰਪੋਰਟਾਂ ਉਹਨਾਂ ਦੀਆਂ ਹੋ ਗਈਆਂ, ਵੱਡੇ ਵੱਡੇ ਸ਼ਿਪ ਉਹਨਾਂ ਦੇ ਹੋ ਗਏ। ਹੁਣ ਰੋਕਣ ਵਾਲਾ ਉਹਨਾਂ ਨੂੰ ਕੌਣ ਹੈ? ਪ੍ਰਧਾਨ ਮੰਤਰੀ ਉਹਨਾਂ ਦੇ। ਪਰ ਅੱਜ ਕੀ ਕੁਝ ਹੋ ਰਿਹਾ ਹੈ, ਮੈਂ ਤੇ ਹੈਰਾਨ ਆ ਵੀ ਕੱਲ ਪਰਸੋਂ ਮੈਂ ਪੜ੍ਹ ਰਿਹਾ ਸਾਂ ਵੀ ਸਰੋਂ ਕਿਸਾਨ ਬੀਜੇਗਾ ਪਰ ਉਹਦੀ ਕਹਾਣੀ ਨਹੀਂ ਕਢਾ ਸਕੇਗਾ। ਸਰੋਂ ਇੱਕ ਵਾਰ ਸਰਕਾਰ ਨੂੰ ਵੇਚਣੀ ਪਏਗੀ। ਇਹ ਕਹਾਣੀਆਂ ਕਢਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਵੱਡੀਆਂ ਵੱਡੀਆਂ, ਇਹ ਕਾਰਪੋਰੇਟ ਘਰਾਣਿਆਂ ਦੀਆਂ ਹੋਣਗੀਆਂ। ਨਿੱਕੀਆਂ ਨਿੱਕੀਆਂ ਚੱਕੀਆਂ ਆਟਾ ਪੀਣ ਵਾਲੀਆਂ ਤੇ ਜਾਂ ਆਹ ਕਹਾਣੀ ਕੱਢਣ ਵਾਲੀਆਂ, ਇਹਨਾਂ ਦਾ ਵੀ ਖਾਤਮਾ ਹੋ ਜਾਣਾ। ਕਣਕ ਕਿਸਾਨ ਬੀਜੇਗਾ ਪਰ ਭਿਆ ਨਹੀਂ ਸਕੇਗਾ, ਕਿਉਂਕਿ ਭਿਆਉਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਕਾਰਪੋਰੇਟ ਘਰਾਣਿਆਂ ਦੀਆਂ ਹੋਣਗੀਆਂ। ਕਣਕ ਵੇਚ ਕੇ ਸਾਨੂੰ ਆਟਾ ਥੈਲੀਆਂ ਦਾ ਖਰੀਦਣਾ ਪਏਗਾ। ਇਹ ਬੜੀ ਵੱਡੀ ਸਾਜ਼ਿਸ਼ ਹੈ। ਇਹ ਸਾਨੂੰ ਲੋੜ ਹੈ ਜਾਗਣ ਦੀ। ਅੱਜ ਜਿਹੜੇ ਢਾਬੇ ਨੇ, ਅੱਜ ਤੇ ਅਸੀਂ ਕੋਲੋਂ ਲੰਘੀ ਜਾਂਦੇ, ਅਸੀਂ ਕਹਿੰਦੇ ਵੀ ਕਿੱਡਾ ਵਧੀਆ ਬਣਾ ਦਿੱਤਾ, ਕਿੰਨੇ ਫੁੱਲ ਬੂਟੇ ਲਾਤੇ ਨੇ, ਪਰ ਇਹ ਫੁੱਲ ਬੂਟਿਆਂ ਨੇ, ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਇਹ ਨਿੱਕੇ ਨਿੱਕੇ ਖੋਖਿਆਂ ਨੂੰ ਚਿੱਥ ਜਾਣਾ ਹੈ, ਖੋਖਿਆਂ ਨੂੰ ਖਾ ਜਾਣਾ ਹੈ।
ਜਿਹੜੇ ਮੇਰੇ ਵੀਰਾਂ ਨੇ ਕਰਜ਼ਾ ਚੁੱਕ ਕੇ ਕੋਈ ਮਰਲਾ 2-2 ਮਰਲੇ ਲੈ ਕੇ ਆਪੋ ਆਪਣੇ ਖੋਖੇ ਪਾਏ ਨੇ, ਆਪੋ ਆਪਣੀ ਛੋਟੀਆਂ-ਮੋਟੀਆਂ ਦੁਕਾਨਾਂ ਪਾਈਆਂ, ਇਹ ਸਾਰੀਆਂ ਦੁਕਾਨਾਂ ਉਹਨਾਂ ਦੀਆਂ ਖਤਮ ਹੋ ਜਾਣਗੀਆਂ। ਬੇਰੁਜ਼ਗਾਰੀ ਪੰਜਾਬ ਦੇ ਵਿੱਚ ਪਹਿਲਾਂ ਪੱਬਾਂ ਭਾਰ ਏ, ਅੱਜ ਸਾਡੇ ਬੱਚੇ ਬੇਰੁਜ਼ਗਾਰੀ ਦੇ ਦੁੱਖੋਂ, ਸਿਸਟਮ ਦੇ ਦੁੱਖੋਂ ਵਿਦੇਸ਼ਾਂ ਨੂੰ ਜਾ ਰਹੇ ਨੇ। ਅੱਜ ਹਰੇਕ ਬੰਦਾ ਪੱਬਾਂ ਭਾਰ ਹੋਇਆ, ਲੋਕ ਆਪਣੀ ਜਿੰਦ ਤੋਂ ਪਿਆਰੀ ਜ਼ਮੀਨ ਨੂੰ ਵੇਚਣ ਲਈ ਤਿਆਰ ਹੋ ਗਏ। ਇਹ ਸਰਕਾਰਾਂ ਦੇ ਸਤਾਏ ਅੱਜ ਕਿੱਥੇ ਦੀ ਕਿੱਥੇ ਪਹੁੰਚ ਰਹੇ ਨੇ। ਸੋ ਦਰਸ਼ਕੋ, ਬੜੀ ਤਮੰਨਾ ਸੀ ਵੀ ਇੱਥੋਂ ਲੰਘਦੇ ਆ, ਮੈਂ ਆਪਣੇ ਵੀਰ ਨੂੰ ਵੀ ਬੇਨਤੀ ਕੀਤੀ ਸੀ ਵੀ ਅੱਜ ਇੱਕ ਇਹੋ ਜਿਹੀ ਚੀਜ਼ ਆਪਾਂ ਤੁਹਾਨੂੰ ਵੀ ਵਿਖਾਉਣੀ ਤੇ ਦਰਸ਼ਕਾਂ ਨੂੰ ਵੀ ਵਿਖਾਉਣੀ। ਅਜੇ ਚੱਲਿਆ ਨਹੀਂ, ਇਹ ਮਹਾਮਾਰੀ ਦੀ ਆੜ 'ਚ ਚੱਲ ਜਾਣਾ ਸੀ, ਪਰ ਇਹ ਕਿਸਾਨੀ ਬਿੱਲਾਂ ਕਰਕੇ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਬਿੱਲਾਂ ਦਾ। ਔਰ ਜਿੰਨੇ ਵੀ ਵੇਖੋ ਟੋਲ ਪਲਾਜ਼ੇ, ਉਹਨਾਂ 'ਤੇ ਵੀ ਕਿਸਾਨਾਂ ਨੇ ਕਬਜ਼ਾ ਕਰ ਲਿਆ ਵੀ ਇਹ ਪਹਿਲਾਂ ਅਸੀਂ ਗੱਡੀਆਂ ਦਾ ਟੈਕਸ ਦਿੰਦੇ ਆ, ਫਿਰ ਅਸੀਂ ਰੋਡ ਤੇ ਗੱਡੀ ਚਾੜਦੇ ਹਾਂ ਤੇ ਫਿਰ ਸਾਨੂੰ ਰੋਡ ਤੇ ਟੈਕਸ ਭਰਨਾ ਪੈਂਦਾ ਹੈ। ਇਹੋ ਜੀ ਅਸੀਂ ਮਾਰ ਹੋਣ ਨਹੀਂ ਦੇਣੀ। ਇਸੇ ਲਈ ਇਹਨਾਂ ਨੇ ਇਹ ਢਾਬੇ ਜੇ ਚਲਾਏ ਨਹੀਂ ਵੀ ਅਜੇ ਤੇ ਕਿਸਾਨ ਜਿਹੜੇ ਨੇ ਸਾਡੇ ਟੋਲ ਪਲਾਜ਼ਿਆਂ ਤੇ ਬੈਠੇ ਨੇ, ਕਿਤੇ ਇਹ ਬਿਲਡਿੰਗਾਂ ਆ ਕੇ ਕਿਸਾਨ ਨਾ ਮੰਨ ਲੈਣ। ਚੱਲ ਇਹ ਵੀ ਜਾਣੇ ਸੀ, ਪਰ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ, ਜਿਵੇਂ ਆਪਾਂ ਟੋਲ ਪਲਾਜ਼ੇ ਆਪਣੇ ਹੱਥ 'ਚ ਕੀਤੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰੀ ਢਾਬੇ ਵੀ ਆਪਾਂ ਨੂੰ ਆਪਣੇ ਹੱਥ 'ਚ ਲੈਣੇ ਪੈਣਗੇ ਜੇ ਆਪਾਂ ਚਾਹੁੰਦੇ ਆ ਇਹ ਗਰੀਬਾਂ ਦੇ ਛੋਟੇ-ਛੋਟੇ ਢਾਬੇ ਚੱਲਦੇ ਰਹਿਣ। ਇਸ ਲਈ ਸਾਨੂੰ ਲੋੜ ਹੈ ਜਾਗਣ ਦੀ। ਇਹ ਬੜਾ ਵੱਡਾ ਦਰਦ ਏ, ਅੱਜ ਲੰਘਦਿਆਂ ਨੂੰ ਮਹਿਸੂਸ ਨਹੀਂ ਹੋ ਰਿਹਾ, ਪਰ ਜਿੱਦਾਂ ਧਮਾਕਾ ਹੋ ਗਿਆ, ਅੰਮ੍ਰਿਤਸਰ ਤੋਂ ਲੈ ਕੇ ਬਠਿੰਡੇ ਤੱਕ ਇਹਨਾਂ ਨੇ ਬੈਰੀਗੇਟ ਲਾਤੇ, ਕਿਸੇ ਨੂੰ ਰਾਹ ਨਹੀਂ ਦੇਣਾ ਟਰੈਕਟਰ ਲੰਘਾਉਣ ਵਾਸਤੇ ਜ਼ਮੀਨ ਲਈ। ਜਿੱਥੇ ਲਿੰਕ ਸੜਕਾਂ ਕੇਵਲ ਉਧਰ ਦੀ ਘੁਮਾ ਕੇ ਆਪਾਂ ਲਿਆ ਸਕਦੇ, ਸਿੱਧਾ ਰੋਡ ਤੋਂ ਆਪਾਂ ਆਪਣਾ ਟਰੈਕਟਰ ਨਹੀਂ ਲਾ ਸਕਦੇ, ਆਪਣੀ ਜ਼ਮੀਨ 'ਚ ਐਂਟਰ ਨਹੀਂ ਕਰ ਸਕਾਂਗੇ। ਏਡੇ ਵੱਡੇ ਬੈਰੀਗੇਟ ਲੱਗ ਜਾਣਗੇ ਔਰ ਇਹ ਢਾਬੇ ਬੜੇ ਵੱਡੇ ਪੱਧਰ ਤੇ ਚੱਲਣਗੇ ਔਰ ਇਹਨਾਂ ਦਾ ਪੈਸਾ ਸਰਕਾਰ ਦੀ ਝੋਲੀ ਦੇ ਵਿੱਚ, ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਜਾਵੇਗਾ। ਸਰਕਾਰ ਦੀ ਝੋਲੀ 'ਚ ਤੇ ਖੈਰ ਨਹੀਂ, ਵੱਡੇ ਕਾਰਪੋਰੇਟ ਘਰਾਣਿਆਂ ਨੇ, ਕਿਉਂਕਿ ਇਹ ਰੋਡ ਵੀ ਉਹਨਾਂ ਨੇ ਮੁੱਲ ਹੀ ਖਰੀਦ ਲਏ। ਜਦੋਂ ਉਹਨਾਂ ਨੇ ਲੀਜ਼ ਤੇ ਲੈ ਲਏ ਵੀ ਅਸੀਂ ਇੰਨੇ ਸਾਲ ਹੀ ਅਸੀਂ ਮਤਲਬ ਇਹਦੀ ਭਰਪਾਈ ਕਰਾਂਗੇ, ਬਣਾਵਾਂਗੇ ਵੀ ਅਸੀਂ, ਇਹਦੀ ਰਿਪੇਅਰ ਵੀ ਅਸੀਂ ਕਰਾਂਗੇ, ਕੰਟਰੈਕਟ ਹੋ ਗਏ ਕਈ ਸਾਲਾਂ ਦੇ। ਇਹ ਜੇ ਸੜਕਾਂ ਉਹਨਾਂ ਦੀਆਂ ਤੇ ਢਾਬੇ ਵੀ ਉਹਨਾਂ ਦੇ ਨੇ। ਸੋ ਲੋੜ ਹੈ ਸਾਨੂੰ ਜਾਗਣ ਦੀ, ਬੜੀ ਵੱਡੀ ਲੁੱਟ ਹੋ ਰਹੀ ਏ। ਮੇਰੇ ਸੁਣਨ ਦੇ ਵਿੱਚ ਆਇਆ ਵੀ ਚਾਈਨਾ ਤੋਂ ਲੈ ਕੇ ਯੂਰਪ ਤੱਕ ਇਹ ਰੋਡ ਬਣ ਰਿਹਾ, ਜਿਵੇਂ ਰੇਲਵੇ ਲਾਈਨਾਂ ਬਣ ਚੁੱਕੀਆਂ ਨੇ, ਤੇ ਉੱਥੇ ਤੱਕ ਦੇ ਢਾਬੇ ਤੇ ਰੇਲਵੇ ਲਾਈਨ ਜੋ ਰੋਡ ਆ ਔਨ ਏਅਰ ਹੋਏਗਾ ਜੀ, ਇਹ ਵੀ ਸੁਣਨ ਦੇ ਵਿੱਚ ਆਇਆ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜੀ? ਵੀਰ ਜੀ, ਬਣ ਰਹੇ ਨੇ, ਇਹਦੇ ਕੋਈ ਸ਼ੱਕ ਨਹੀਂ। ਔਨ ਰੋਡ ਹਰੇਕ ਕੰਟਰੀ ਦੇ ਨਾਲ ਜੁੜ ਰਹੇ ਨੇ, ਸਰਕਾਰਾਂ ਬੜਾ ਕੁਝ ਕਰ ਰਹੀਆਂ ਕਿਉਂਕਿ ਇਹ ਵਪਾਰ ਨੂੰ ਵਧਾ ਰਹੀਆਂ। ਪਰ ਦੁੱਖ ਇਸ ਗੱਲ ਦਾ ਵੀ ਸਰਕਾਰਾਂ ਕਰਨ, ਕਾਰਪੋਰੇਟ ਘਰਾਣਿਆਂ ਨੂੰ ਇਹ ਪ੍ਰਾਈਵੇਟ ਕਰਨਾ ਕੀਤਾ ਜਾਏ। ਜਦੋਂ ਕਾਰਪੋਰੇਟ ਘਰਾਣਿਆਂ ਦੇ ਰੋਡਾਂ ਦੇ ਕਬਜ਼ੇ ਹੋਣਗੇ, ਫਿਰ ਵੇਖੋ ਜੀ ਤੁਹਾਨੂੰ ਰੋਡ ਤੇ ਚੱਲਣ ਲੱਗੇ ਟੈਕਸ ਭਰਨਾ ਪਊਗਾ, ਫਿਰ ਬੜਾ ਕੁਝ ਹੋਏਗਾ, ਬੜੀ ਲੁੱਟ ਹੋਏਗੀ ਕਾਰਪੋਰੇਟ ਘਰਾਣਿਆਂ ਤੋਂ। ਅੱਜ ਨਸ਼ਾ ਐਡੀ ਵੱਡੀ ਖੇਪ ਫੜੀ ਗਈ, ਅੱਜ ਉਹਨਾਂ ਦੇ ਕੋਲੋਂ ਐਡਾ ਵੱਡਾ ਮਤਲਬ ਲੈਵਲ ਦਾ ਨਸ਼ਾ ਫੜਿਆ ਗਿਆ। ਇੱਥੇ ਕਿਸੇ ਗਰੀਬ ਤੋਂ ਕੋਈ 10 ਗ੍ਰਾਮ ਫੜਿਆ ਜਾਵੇ ਤੇ ਉਹਦੇ ਤੇ ਬੜੇ ਵੱਡੇ ਪਰਚੇ ਹੋ ਜਾਂਦੇ, ਦੇਸ਼ ਧਰੋਹ ਤੱਕ ਦੇ ਪਰਚੇ ਹੋ ਜਾਂਦੇ ਨੇ। ਉਹਨਾਂ ਦੇ ਕੋਲ ਐਡੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ, ਉਹਨਾਂ ਤੇ ਕੋਈ ਕਾਰਵਾਈ ਨਹੀਂ, ਕਿਉਂਕਿ ਆਮ ਤੁਸੀਂ ਲੈ ਕੇ ਜਾਓਗੇ, ਤੁਹਾਡੀ 에ਅਰਪੋਰਟ ਤੇ ਚੈਕਿੰਗ ਹੋਏਗੀ, ਤੁਹਾਡੀ ਤੁਸੀਂ ਸ਼ਿਪ ਤੇ ਜਾਂਦੇ ਸ਼ਿਪ ਤੇ ਚੈਕਿੰਗ ਹੋਏਗੀ, ਰੋਡ ਤੇ ਜਾਂਦੇ ਰੋਡ ਤੇ ਚੈਕਿੰਗ ਹੋਏਗੀ। ਤੇ ਜਦੋਂ ਕਾਰਪੋਰੇਟ ਘਰਾਣਾ ਮਾਲਕ ਹੀ 에ਅਰਪੋਰਟਾਂ ਦਾ ਹੋਏਗਾ, ਸ਼ਿਪਾਂ ਦਾ ਮਾਲਕ ਉਹ ਹੋਏਗਾ, ਰੋਡਾਂ ਦਾ ਮਾਲਕ ਉਹ ਹੋਏਗਾ, ਉਹ ਕੀ ਲਿਜਾ ਰਿਹਾ ਕੋਈ ਪੁੱਛ ਨਹੀਂ ਸਕੇਗਾ। ਉਹ ਵਧੀਆ ਸਮਾਨ ਲੈ ਕੇ ਜਾ ਰਿਹਾ, ਉਹ ਨਸ਼ਾ ਲੈ ਕੇ ਜਾ ਰਿਹਾ, ਉਹ ਕੀ ਲੈ ਕੇ ਜਾ ਰਿਹਾ, ਇਸ ਗੱਲ ਦਾ ਸਾਨੂੰ ਗਿਆਨ ਨਹੀਂ ਹੋਏਗਾ। ਅਜੇ ਅਸੀਂ ਸੁੱਤੇ ਹੋਏ ਹਾਂ, ਜਿੱਦਣ ਚੱਲ ਗਏ ਨਾ ਅਸੀਂ ਉਦੋਂ ਜਾਗਦੇ ਹੁੰਦੇ ਹਾਂ। ਬਿੱਲ ਵੀ ਸਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਇਹ ਬਿੱਲ ਤਿਆਰ ਹੋ ਰਹੇ ਨੇ, ਪਰ ਅਸੀਂ ਕੋਈ ਕਾਰਵਾਈ ਨਹੀਂ ਕੀਤੀ। ਸਾਡੇ ਪੋਲੀਟੀਕਲ ਲੀਡਰਾਂ ਨੇ ਉਸ ਵੇਲੇ ਸਾਨੂੰ ਬਿੱਲਾਂ ਦੇ ਫਾਇਦੇ ਗਿਣਾਉਣੇ ਸ਼ੁਰੂ ਕਰਤੇ। ਬੜੇ ਚੰਗੇ ਬਿੱਲ ਨੇ, ਬੜੇ ਵਧੀਆ ਬਿੱਲ ਨੇ, ਪਰ ਜਦੋਂ ਲੋਕਾਂ ਦੀ ਆਵਾਜ਼ ਦੇ ਅੱਗੇ ਉਹਨਾਂ ਨੂੰ ਵੀ ਆਪਣੀ ਆਵਾਜ਼ ਬੰਦ ਕਰਨੀ ਪਈ, ਮਗਰੋਂ ਅਹੁਦਿਆਂ ਤੋਂ ਰਿਜ਼ਾਈਨ ਦੇ ਕੇ ਲੋਕਾਂ ਦੀ ਹਮਾਇਤ 'ਚ ਆ ਗਏ। ਬਿਨ ਇਸੇ ਪ੍ਰਕਾਰ ਇਹ ਢਾਬੇ ਬਣ ਰਹੇ ਨੇ, ਸਰਕਾਰਾਂ ਨੂੰ ਪਤਾ ਹੈ, ਔਰ ਸਰਕਾਰਾਂ ਦੀ ਸ਼ਹਿ ਦੇ ਬਣ ਰਹੇ ਨੇ। ਇਹ ਨਹੀਂ ਵੀ MP ਨਹੀਂ ਪਤਾ ਤੇ MLA ਨਹੀਂ ਪਤਾ, ਸਭ ਨੂੰ ਪਤਾ ਹੈ। ਪਰ ਯਾਦ ਰੱਖਿਆ, ਜਿੱਦਣ ਚੱਲ ਗਏ ਨਾ ਉਦਣ ਕਿਸਾਨਾਂ ਨੇ ਵਿਰੋਧ ਕਰਨਾ। ਮੈਂ ਇਹ ਬੇਨਤੀ ਕਰਦਾ, ਜਿਵੇਂ ਟੋਲ ਪਲਾਜ਼ਿਆਂ ਦਾ ਚੱਲਣ ਤੋਂ ਬਾਅਦ ਅਸੀਂ ਵਿਰੋਧ ਕੀਤਾ,
ਪਹਿਲਾਂ ਸਾਨੂੰ ਪਤਾ ਲੱਗ ਰਿਹਾ ਸੀ ਟੋਲ ਬਣ ਰਹੇ ਨੇ, ਪਰ ਅਸੀਂ ਵਿਰੋਧ ਨਹੀਂ ਕੀਤਾ। ਦਰਸ਼ਕੋ, ਇਨ ਬਿਨ ਇਸੇ ਪ੍ਰਕਾਰ ਇਹ ਢਾਬੇ ਬਣ ਗਏ, ਆਲੀਸ਼ਾਨ ਬਿਲਡਿੰਗਾਂ ਬਣ ਗਈਆਂ, ਰੈਸਟੋਰੈਂਟ ਵਿੱਚ ਬਣ ਗਏ, ਨਿੱਕੀਆਂ ਨਿੱਕੀਆਂ ਸ਼ੋਪਸ ਬਣ ਗਈਆਂ, ਵੱਡੀਆਂ ਵੱਡੀਆਂ ਪਾਰਕਿੰਗ ਬਣ ਗਈਆਂ, ਫਲੈਸ਼ ਬਾਥਰੂਮ ਬਣ ਗਏ। ਪਰ ਜਿੱਦਣ ਚੱਲ ਗਏ ਨਾ, ਉਦਣ ਫਿਰ ਨਿੱਕੇ ਨਿੱਕੇ ਢਾਬੇ ਖਤਮ ਹੋ ਜਾਣਗੇ। ਇਸ ਲਈ ਇਹ ਜਿਤਨੇ ਵੀ ਛੋਟੇ ਛੋਟੇ ਰੁਜ਼ਗਾਰ ਚਲਾਉਣ ਵਾਲੇ ਜਿੰਨੇ ਵੀਰ ਨੇ, ਇਹਨਾਂ ਨੂੰ ਵੀ ਜਾਗਣ ਦੀ ਲੋੜ ਏ ਤੇ ਸਾਡੇ ਕਿਸਾਨ ਵੀਰ ਵੀ ਇਹਨਾਂ ਦਾ ਸਾਥ ਦੇਣ, ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਰੋਡ ਦੇ ਨਾਲ ਲੱਗਦੀਆਂ ਨੇ। ਅੱਜ ਸਭ ਨੂੰ ਹੰਭਲਾ ਮਾਰਨ ਦੀ ਲੋੜ ਏ। ਇਹ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਨੂੰ ਬੇਰੁਜ਼ਗਾਰ ਕਰਨ ਦੇ ਲਈ ਇਹ ਢਾਬਿਆਂ ਦਾ ਜਨਮ ਹੋਇਆ ਹੈ। ਔਰ ਇਹ ਢਾਬਿਆਂ ਨੇ, ਵੱਡੇ ਵੱਡੇ ਸਰਕਾਰੀ ਢਾਬਿਆਂ ਨੇ ਨਿੱਕੇ ਨਿੱਕੇ ਢਾਬਿਆਂ ਨੂੰ ਖਾ ਜਾਣਾ ਹੈ। ਜਿਵੇਂ ਵੱਡੇ ਵੱਡੇ ਮੌਲਾਂ ਨੇ ਨਿੱਕੀਆਂ ਨਿੱਕੀਆਂ ਦੁਕਾਨਾਂ ਖਾ ਲਈਆਂ, ਵੱਡੇ ਵੱਡੇ ਮੌਲਾਂ ਨੇ ਨਿੱਕੀਆਂ ਨਿੱਕੀਆਂ ਦੁਕਾਨਾਂ ਖਤਮ ਕਰਤੀਆਂ। ਕੱਪੜੇ ਵਾਲੀ ਦੁਕਾਨ, ਪੰਸਾਰੀ ਦੀ ਦੁਕਾਨ, ਕਰਿਆਨੇ ਦੀ ਦੁਕਾਨ, ਮਨਿਆਰੀ ਦੀ ਦੁਕਾਨ, ਜੁੱਤੀਆਂ ਵਾਲੀ ਦੀ ਦੁਕਾਨ। ਅੱਜ ਨਿੱਕੇ ਨਿੱਕੇ ਜਿਹੜੇ ਸਨ ਮੇਰੇ ਵੀਰ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚ ਆਪਣਾ ਰੁਜ਼ਗਾਰ ਚਲਾਉਂਦੇ ਸਨ, ਅੱਜ ਉਹਨਾਂ ਦੇ ਰੁਜ਼ਗਾਰ ਖਤਮ ਹੋ ਕੇ ਵੱਡੇ ਵੱਡੇ ਬ੍ਰਾਂਡ, ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ, ਵੱਡੇ ਵੱਡੇ ਮੌਲਾਂ 'ਚ ਆ ਗਏ। ਇਨ ਬਿਨ ਜਿਵੇਂ ਨਿੱਕੀਆਂ ਦੁਕਾਨਾਂ ਦਾ ਖਾਤਮਾ ਵੱਡੇ ਵੱਡੇ ਮੌਲਾਂ ਨੇ ਕੀਤਾ ਨਾ, ਇਨ ਬਿਨ ਇਸੇ ਪ੍ਰਕਾਰ ਇਹ ਸਰਕਾਰੀ ਵੱਡੇ ਵੱਡੇ ਢਾਬਿਆਂ ਨੇ ਨਿੱਕੇ ਨਿੱਕੇ ਢਾਬਿਆਂ ਨੂੰ ਖਾ ਜਾਣਾ, ਜਿਵੇਂ ਮੌਲਾਂ ਨੇ ਨਿੱਕੀਆਂ ਦੁਕਾਨਾਂ ਖਾਧੀਆਂ। ਇਹ ਸਾਨੂੰ ਜਾਗਣ ਦੀ ਲੋੜ। ਅਸੀਂ ਜਾਗਦੇ ਉਦੋਂ ਆ ਜਦੋਂ ਕੋਈ ਚੀਜ਼ ਚੱਲ ਜਾਂਦੀ ਹੈ। ਪਹਿਲਾਂ ਅਸੀਂ ਵੀ ਆਨੇ ਮੌਲ ਖੁੱਲ੍ਹ ਗਿਆ, ਬੜਾ ਵਧੀਆ ਆਇਆ, ਪਰ ਉਹ ਮੌਲ ਖੁੱਲ੍ਹਣ ਦੇ ਨਾਲ ਕਿੰਨੇ ਲੋਕ ਬੇਰੁਜ਼ਗਾਰ ਹੁੰਦੇ ਨੇ। ਅੱਜ ਇਹ ਢਾਬਾ ਖੁੱਲ੍ਹਣ ਦੇ ਨਾਲ ਨਿੱਕੇ ਨਿੱਕੇ ਜਿਹੜੇ ਢਾਬੇ ਨੇ ਸਾਰੇ ਖਤਮ ਹੋ ਜਾਣੇ ਨੇ। ਲੋੜ ਹੈ ਜਾਗਣ ਦੀ। ਅੱਜ ਕੋਲੋਂ ਲੰਘਦੇ ਆ, ਕਿੰਨੇ ਬੜਾ ਵਧੀਆ ਬਣ ਰਿਹਾ, ਕੋਈ ਇੱਧਰ ਧਿਆਨ ਹੀ ਨਹੀਂ ਦਿੰਦਾ। ਪਰ ਮੈਂ ਜਦੋਂ ਵੀ ਲੰਘਦਾ, ਮੈਂ ਜ਼ਰੂਰ ਮੇਰੀ ਗੱਡੀ ਤੋਂ ਨਜ਼ਰ ਇੱਧਰ ਜਾਂਦੀ। ਜੇ ਮੈਂ ਤਲਵੰਡੀ ਵਾਲੇ ਪਾਸੇ ਜਾਣਾ ਤੇ ਮੈਂ ਉਹ ਢਾਬੇ ਵਾਲੇ ਕਈ ਵਾਰ ਖੜ੍ਹ ਕੇ ਵੇਖਦਾ। ਤੇ ਜੇ ਮੈਂ ਅੰਮ੍ਰਿਤਸਰ ਜਾਵਾਂ, ਦਰਸ਼ਕੋ, ਇਹ ਦੋ ਢਾਬਿਆਂ ਤੇ ਖੜ੍ਹ ਕੇ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਇਹ ਜਿਹੜਾ ਲੱਖਾਂ ਰੁਪਈਆ ਲੱਗਾ ਨਾ, ਇਹਨੇ ਮਤਲਬ ਕਿੰਨੇ ਲੋਕਾਂ ਦੇ ਲੱਖਾਂ ਰੁਪਈਏ ਕੱਖਾਂ ਦੇ ਵਿੱਚ ਬਦਲਨੇ ਨੇ। ਲੱਖਾਂ ਦੀਆਂ ਜ਼ਮੀਨਾਂ ਕੱਖਾਂ 'ਚ ਹੋ ਜਾਣੀਆਂ ਨੇ। ਜਿਹੜੇ ਆ ਲੱਖਾਂ ਦੇ ਢਾਬੇ ਇਹ ਕੱਖਾਂ ਦੇ ਹੋ ਜਾਣੇ। ਜਦੋਂ ਬੈਰੀਕੇਡ ਹੀ ਲੱਗ ਗਿਆ, ਕੋਈ ਅੰਦਰ ਐਂਟਰ ਹੀ ਨਹੀਂ ਕਰ ਸਕਦਾ। ਇਹ ਬੜਾ ਵਿਰੋਧ ਹੋਣਾ ਹੈ। ਸੋ ਅੱਜ ਹੈ ਲੋੜ ਵੀ ਖੁੱਲ੍ਹਣ ਤੋਂ ਪਹਿਲਾਂ, ਬੂਟਾ ਲਾਉਣ ਤੋਂ ਪਹਿਲਾਂ ਹੀ ਮਤਲਬ ਜਾਗਣ ਦੀ ਲੋੜ ਏ। ਜਦੋਂ ਉਹਦੀਆਂ ਜੜ੍ਹਾਂ ਪਤਾਲ ਚੱਲ ਜਾਣਗੀਆਂ, ਫਿਰ ਬੂਟੇ ਪੱਟਣੇ ਔਖੇ ਹੋ ਜਾਂਦੇ ਨੇ। ਸੋ ਅੱਜ ਹੈ ਲੋੜ ਹੈ ਜਾਗਣ ਦੀ। ਇਹ ਗੱਲ ਹਰੇਕ ਪੰਜਾਬ ਦੀ ਆਵਾਮ ਤੱਕ ਪਹੁੰਚਾਉਣ ਦੀ ਏ। ਬੱਚੇ ਨੂੰ ਜਾਗਣ ਦੀ ਲੋੜ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸਾਡੀਆਂ ਫਸਲਾਂ ਔਰ ਨਸਲਾਂ ਨੂੰ ਖਤਮ ਕਰ ਰਹੇ ਨੇ। ਇਹ ਜੋ ਢਾਬੇ ਬਣ ਰਹੇ ਨੇ, ਕਿੰਨਾ ਸਰਕਾਰ ਬਣਾ ਰਹੀ ਹੈ, ਅਡਾਨੀ ਬਣਾ ਰਹੇ ਨੇ, ਜਾਂ ਕਿੰਨਾ ਬੰਨੋਂ ਬਣ ਰਿਹਾ ਹੈ? ਦੇਖੋ ਜੀ, ਸਰਕਾਰ ਕਿਹਨਾਂ ਦੀ ਹੈ ਭਾਈ ਸਾਹਿਬ? ਸਰਕਾਰ ਹੈ ਅਡਾਨੀਆਂ ਅੰਬਾਨੀਆਂ ਦੀ। ਇਹ ਮੋਦੀ ਦਾ ਨਹੀਂ, ਇਹ ਉਹਨਾਂ ਦੀਆਂ ਸਰਕਾਰਾਂ ਨੇ। ਜੇ ਵੇਖੋ, ਰੇਲਵੇ ਲਾਈਨਸ ਕਿਹਦੀ ਸੀ ਸਰਕਾਰ ਦੀ? ਉਹ ਅੱਜ ਕਿਹਦੀ ਏ? ਅਡਾਨੀ ਅੰਬਾਨੀ ਦੀ। ਰੇਲਵੇ ਲਾਈਨਸ ਕਿੱਡੀ ਮਤਲਬ ਸਭ ਤੋਂ ਵੱਧ ਜਿਹੜੀ ਇਹ ਵਿਛੀ ਹੋਈ ਹੈ ਰੇਲਵੇ ਲਾਈਨ, ਇਹ ਪੰਜਾਬ ਦੇ ਕੀ ਭਾਰਤ ਦੇ ਕੋਨੇ ਤੱਕ ਜਾਂਦੀ ਏ। ਤੇ ਇਹਨਾਂ ਦੇ ਕਬਜ਼ਾ ਇਹਨਾਂ ਦਾ ਹੋ ਗਿਆ। ਆ ਰੋਡ ਉਹ ਬਣਾ ਰਹੇ ਨੇ, ਆ ਜਿਹੜੇ ਆਪਾਂ ਕਹਿ ਰਹੇ 6 ਲੇਨ ਬਣ ਗਏ, ਇਹ ਮਤਲਬ 8 ਲੇਨ ਬਣ ਗਏ। ਇੱਕ ਪਾਸੇ 3 ਗੱਡੀਆਂ ਜਾਂਦੀਆਂ, ਦੂਜੇ ਪਾਸੇ 3 ਗੱਡੀਆਂ ਜਾਂਦੀਆਂ। ਇਹ 6 ਲੇਨ ਜਿਹੜੇ ਬਣ ਗਏ, ਇਹ ਕਿਹਨਾਂ ਦੇ ਨੇ? ਇਹ ਪੈਸਾ ਕਿਹਨਾਂ ਦਾ ਲੱਗ ਰਿਹਾ? ਏਅਰਲਾਈਨਸ ਪ੍ਰਾਈਵੇਟ ਹੋ ਗਏ, ਏਅਰਲਾਈਨ ਸਰਕਾਰੀ ਸੀ। ਜਿੰਨੀਆਂ ਸਰਕਾਰੀ ਸੰਪत्तियां ਹੈ, BSNL ਜਿਹੜੇ ਸੀ ਟਾਵਰ ਕਿਹਨਾਂ ਦੇ ਸਨ? ਸਰਕਾਰੀ। ਅੱਜ ਕਿਹਨਾਂ ਦੇ ਨੇ? ਕਾਰਪੋਰੇਟ ਘਰਾਣਿਆਂ ਦੇ, ਅਡਾਨੀ ਅੰਬਾਨੀ ਦੇ। LIC ਕਿਹਦੀ ਸੀ? ਇਹਨਾਂ ਦੀ। ਵੱਡੇ ਵੱਡੇ ਮੋਲ ਅੱਜ ਕਿਹਨਾਂ ਦੇ ਨੇ? ਇਹਨਾਂ ਦੇ ਨੇ। ਹੁਣ ਵੇਖੋ, ਪੰਸਪ ਜਿਵੇਂ ਸੀ ਆਪਣਾ, ਉਵੇਂ ਅੱਜ ਮਤਲਬ ਮਾਰਕਫੈਡ ਸੀ, ਹੁਣ ਜੀਓ ਬਣ ਗਈ ਨਾਲ ਹੀ। ਵੀ ਫਸਲਾਂ ਦੀ ਖਰੀਦ ਵੀ ਅੱਜ ਜੀਓ ਕਰਿਆ ਕਰੇਗੀ। ਇਹ ਕੀ ਕੁਝ ਹੋ ਰਿਹਾ ਵੀਰ ਜੀ? ਇਹ ਢਾਬੇ ਜਿਹੜੇ ਨੇ, ਇਹ ਸਰਕਾਰੀ ਨਹੀਂ, ਇਹ ਕਾਰਪੋਰੇਟ ਘਰਾਣਿਆਂ ਦੇ ਨੇ। ਇਹ ਵੱਖਰੀ ਗੱਲ ਹੈ ਵੀ ਉੱਤੇ ਨਾ ਸਰਕਾਰ ਦਾ, ਜਿਵੇਂ ਅੱਜ ਵੀ ਆਪਾਂ ਕਹਿੰਦੇ ਰੇਲਵੇ ਲਾਈਨ ਸਰਕਾਰੀ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬਿਜਲੀ ਮਹਿਕਮਾ ਹੋ ਗਿਆ, ਇਹ ਸਾਰਿਆਂ ਦਾ ਪ੍ਰਾਈਵੇਟਕਰਨ ਹੋ ਰਿਹਾ। ਤੇ ਇਹ ਹੈ ਲੋੜ ਹੈ ਜਾਗਣ ਦੀ। ਪਰ ਜਦੋਂ ਸਾਨੂੰ ਸੱਟ ਵੱਜਦੀ, ਅਸੀਂ ਜਾਗਦੇ ਹੀ ਉਦੋਂ। ਠੋਕਰ ਤੋਂ ਬਿਨਾਂ ਅਸੀਂ ਜਾਗਦੇ ਨਹੀਂ। ਇਹ ਪੰਜਾਬੀਆਂ ਦੀ ਫਿਦਰਤ ਤੇ ਪੰਜਾਬੀਆਂ ਦਾ ਸੁਭਾਅ ਹੈ। ਇਹ ਠੋਕਰ ਬੜੀ ਵੱਡੀ ਵੱਜਣੀ ਹੈ। ਇਹ ਬੜੇ ਲੋਕ ਬੇਰੁਜ਼ਗਾਰ ਹੋਣਗੇ। ਬੇਰੁਜ਼ਗਾਰੀ ਦੁੱਖੋਂ ਤੇ ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ। ਜੇ ਸਾਡੇ ਬੱਚਿਆਂ ਨੂੰ ਵੀਰ ਜੀ ਇੱਥੇ ਰੁਜ਼ਗਾਰ ਮਿਲੇ, ਸਿਸਟਮ ਵਧੀਆ ਹੋਵੇ, ਤੇ ਕਿਸੇ ਦਾ ਚਿੱਤ ਨਹੀਂ ਕਰਦਾ ਮਾਂ-ਬਾਪ ਨੂੰ ਵਿਛੋੜਾ ਦੇਣ ਨੂੰ। ਤੇ ਮਾਂ-ਬਾਪ ਦਾ ਚਿੱਤ ਵੀ ਨਹੀਂ ਕਰਦਾ ਵੀ ਲੱਖਾਂ ਰੁਪਈਏ ਲਾ ਕੇ ਅਸੀਂ ਆਪਣੇ ਬੱਚੇ ਨੂੰ ਪ੍ਰਦੇਸ਼ ਭੇਜੀਏ, ਅੱਖਾਂ ਤੋਂ ਓਹਲੇ ਭੇਜੀਏ, ਉੱਥੇ ਭੇਜੀਏ ਜਿਨ੍ਹਾਂ ਗੋਰਿਆਂ ਨੂੰ ਅਸੀਂ ਕਿਸੇ ਵੇਲੇ ਇੱਥੋਂ ਕੱਢਿਆ ਸੀ। ਅਸੀਂ ਕਹਿੰਦੇ ਸਾਂ ਵੀ ਅਸੀਂ ਆਜ਼ਾਦੀ ਦਾ ਸਾਹ ਲਿਆ,
ਤੇ ਅੱਜ ਮੈਂ ਕਹਿੰਦਾ ਵੀ ਉਹ ਆਜ਼ਾਦੀ ਸਾਡੇ ਵੱਡ ਵਡੇਰਿਆਂ ਨੇ ਜਿਹੜੀਆਂ ਜਾਨਾਂ ਦੇ ਕੇ ਮਤਲਬ ਆਜ਼ਾਦੀ ਲਈ, ਉਹ ਆਜ਼ਾਦੀ ਕਿਸੇ ਮਤਲਬ ਦੀ ਰਹਿ ਨਹੀਂ ਗਈ ਵੀ ਅੱਜ ਉਹਨਾਂ ਮੁਲਕਾਂ ਦੇ ਵਿੱਚ ਅਸੀਂ ਲੱਖਾਂ ਰੁਪਏ ਲਾ ਕੇ ਜਾ ਰਹੇ ਹਾਂ, ਉਹ ਆਜ਼ਾਦੀ ਕਿਸ ਭਾਅ ਦੀ ਰਹਿ ਗਈ। ਲੱਖਾਂ ਰੁਪਏ ਲਾ ਕੇ ਅਸੀਂ ਫਿਰ ਅੱਜ ਗੁਲਾਮੀ ਕਰਨ ਦੇ ਲਈ ਅਸੀਂ ਗੋਰਿਆਂ ਦੇ ਮੁਲਕਾਂ ਦੇ ਵਿੱਚ ਜਾ ਰਹੇ ਹਾਂ। ਜੇ ਸਾਡੇ ਮੁਲਕਾਂ ਦਾ ਸਿਸਟਮ ਵਧੀਆ ਹੋਵੇ, ਵੇਖੋ ਉੱਥੇ ਕਿਉਂ ਜਾਂਦੇ ਵੀ ਉੱਥੇ ਸਿਸਟਮ ਬੜਾ ਵਧੀਆ, ਉੱਥੇ ਰੁਜ਼ਗਾਰ ਬਹੁਤ ਜ਼ਿਆਦਾ ਹੈ। ਅੱਜ ਜੇ ਸਿਸਟਮ ਔਰ ਰੁਜ਼ਗਾਰ ਸਾਨੂੰ ਮਿਲਣ ਲੱਗ ਪਏ ਤੇ ਸਾਡਾ ਚਿੱਤ ਨਹੀਂ ਕਰੇਗਾ ਵੀ ਅਸੀਂ ਉੱਥੇ ਜਾਈਏ।